ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਰਾਂਗੇ ਇਕਨੋਮਿਕਸ ਦੇ ਅਗਲੇ ਸਵਾਲ। ਅਸੀਂ ਇਕਨੋਮਿਕਸ MCQ ਕਰ ਰਹੇ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ 'ਚੋਂ। ਤਾਂ ਅੱਜ 40 ਸਵਾਲ ਨੇ, ਪੂਰੇ ਪੇਸ਼ੈਂਸ ਦੇ ਨਾਲ ਸੁਣਨਾ, ਆਰਾਮ ਦੇ ਨਾਲ ਵੀਡੀਓ ਨੂੰ ਸੁਣਿਆ ਕਰੋ ਔਰ ਜੋ ਤੁਹਾਨੂੰ ਇੰਪੋਰਟੈਂਟ ਲੱਗਦਾ ਹੁੰਦਾ ਉਹਨੂੰ ਕਾਪੀ 'ਤੇ ਰਾਈਟ ਕਰਿਆ ਕਰੋ, ਪੋਲ ਵੀ ਬਣਾਇਆ ਕਰੋ, ਗਰੁੱਪ 'ਚ ਪਾਇਆ ਕਰੋ, ਡਿਸਕਸ ਕਰਿਆ ਕਰੋ, ਠੀਕ ਹੈ। ਤਾਂ ਕਰਦੇ ਹਾਂ ਵੀ ਅੱਜ ਵਾਲੇ ਸਵਾਲ 40 ਸਵਾਲ ਨੇ, ਠੀਕ ਹੈ। ਬਸ ਇੱਕ ਹੋਰ ਟੈਸਟ ਬਣਨਾ, ਅਸੀਂ ਇੱਕ ਟੌਪਿਕ ਕਰ ਰਹੇ ਹਾਂ ਬੇਸਿਕ ਕਨਸੈਪਟਸ, ਠੀਕ ਹੈ, ਮੁੱਢਲੀਆਂ ਧਾਰਨਾਵਾਂ। ਫਿਰ ਉਸ ਤੋਂ ਬਾਅਦ ਅਸੀਂ ਦੂਸਰਾ ਟੌਪਿਕ ਸ਼ੁਰੂ ਕਰਾਂਗੇ, ਠੀਕ ਹੈ। ਇਕਨੋਮਿਕਸ ਅਜੇ ਸਮਾਪਤ ਨਹੀਂ ਹੋਈ। ਕਰਦੇ ਹਾਂ ਬਈ ਅੱਜ ਵਾਲੇ ਸਵਾਲ। ਆਮਦਨ ਅਤੇ ਉਪਭੋਗ ਖਰਚ ਦੇ ਅੰਤਰ ਨੂੰ ਕੀ ਕਹਿੰਦੇ ਹਨ? ਇੱਕ ਜੀ ਵੀਡੀਓ ਸ਼ੇਅਰ ਕਰ ਦਿਆ ਕਰੋ, ਜੇ ਤੁਹਾਡਾ ਕੋਈ ਹੋਰ ਸਾਥੀ ਹੈ ਲੋੜਵੰਦ, ਠੀਕ ਹੈ, ਤਾਂ ਉਹਨੂੰ ਜ਼ਰੂਰ ਪਹੁੰਚਾਇਆ ਕਰੋ ਵੀਡੀਓ। ਹਾਂਜੀ, ਅੱਜ ਥੋੜੀ ਤਬੀਅਤ ਠੀਕ ਨਹੀਂ ਹੈ, ਆਵਾਜ਼ ਤੁਹਾਨੂੰ ਥੋੜੀ ਠੀਕ ਨਹੀਂ ਲੱਗੇਗੀ, ਤਾਂ ਪਲੀਜ਼ ਆਵਾਜ਼ 'ਤੇ ਨਾ ਜਾਣਾ, ਤੁਸੀਂ ਪ੍ਰਸ਼ਨਾਂ 'ਤੇ ਜਾਣਾ ਬਸ। ਆਮਦਨ ਅਤੇ ਉਪਭੋਗ ਖਰਚ ਦੇ ਅੰਤਰ ਨੂੰ ਕੀ ਕਹਿੰਦੇ ਆ? ਹਾਂ, ਕੀ ਕਹਿੰਦੇ ਆ ਵੀ ਆਮਦਨ ਮੰਨ ਲਓ 10,000 ਹੈ, ਠੀਕ ਹੈ, ਔਰ 8,000 ਉਪਭੋਗ। ਆਪਾਂ ਕੱਲ ਗੱਲ ਕੀਤੀ ਸੀ, ਹੁਣ ਦੁਬਾਰਾ ਚਰਚਾ ਨਹੀਂ ਕਰਨੀ, ਠੀਕ ਹੈ। ਫਿਰ ਵੀ ਚਲੋ ਕਰ ਲੈਂਦੇ ਹਾਂ ਕਿ ਉਪਭੋਗ ਹੁੰਦਾ ਜੋ ਅਸੀਂ ਵਰਤ ਲਿਆ ਆ, ਖਰਚ ਲਿਆ ਆ। 8,000 ਰੁਪਈਆ ਅਸੀਂ ਖਰਚ ਲਿਆ, 2,000 ਬਚਿਆ ਹੈ। ਕਿ ਬਚਿਆ ਕੀ ਹੈ? ਇਹ ਸਾਡੀ ਬਚਤ ਹੈ, ਸੇਵਿੰਗ, ਠੀਕ ਹੈ। ਅਸੀਂ ਕੰਜੰਪਸ਼ਨ ਦੇ ਔਰ ਇਨਕਮ ਔਰ ਕੰਜ਼ੰਪਸ਼ਨ ਦੇ ਡਿਫਰੈਂਸ ਨੂੰ ਜਿਹੜਾ ਕਹਿੰਦੇ ਆ ਸੇਵਿੰਗ, ਠੀਕ ਹੈ। ਅਗਲਾ ਸਵਾਲ ਦੇਖੋ ਬਈ, ਸਿਹਤ ਥੋੜੀ ਇਸ ਤਰ੍ਹਾਂ ਹੈ, ਟੈਸਟ ਮੈਂ ਅੱਜ ਪਾਉਣਾ ਨਹੀਂ ਸੀ, ਪਰ ਮੈਨੂੰ ਪਤਾ ਸੀ ਕਿ ਆਪਾਂ ਨਾਗਾ ਨਹੀਂ ਕਰਨਾ, ਸਮਾਂ ਥੋੜਾ ਹੈ ਆਪਣੇ ਕੋਲ। ਬਚਤ ਬਰਾਬਰ ਹੈ ਡੈਸ਼ ਮਾਈਨਸ ਉਪਭੋਗ। ਹਾਂਜੀ, ਖਾਲੀ ਥਾਂ ਭਰਨੀ ਹੈ। ਨਿਵੇਸ਼, ਆਮਦਨ, ਉਪਭੋਗ, ਪੂੰਜੀ ਨਿਰਮਾਣ। ਬਚਤ ਦੇਖੋ, ਬਚਤ ਦਾ ਫਾਰਮੂਲਾ ਹੈ ਬੁੱਕ ਦੇ ਵਿੱਚ, ਦੇਖੋ ਇੱਥੇ ਆਵੇਗਾ ਆਮਦਨ, ਠੀਕ ਹੈ। ਜਦੋਂ ਅਸੀਂ ਆਮਦਨ ਦੇ ਵਿੱਚੋਂ ਉਪਭੋਗ ਨੂੰ ਮਾਈਨਸ ਕਰਦੇ ਹਾਂ ਤਾਂ ਜੋ ਬੈਲੈਂਸ ਬਚਦਾ ਹੈ ਉਹ ਸਾਡੀ ਬਚਤ ਹੁੰਦੀ ਆ। ਇਨਕਮ 'ਚੋਂ ਕੰਜ਼ੰਪਸ਼ਨ ਨੂੰ ਮਾਈਨਸ ਕਰੀਏ ਤਾਂ ਸੇਵਿੰਗ ਆਉਂਦੀ ਆ, ਠੀਕ ਹੈ। ਚਲੋ, ਇਹ ਉਲਝ ਨਾ ਜਾਣਾ, ਇਹ ਫਾਰਮੂਲਾ ਕਿਸੇ ਤਰ੍ਹਾਂ ਵੀ ਹੋ ਸਕਦਾ ਇੱਥੇ ਉਪਭੋਗ ਪੁੱਛ ਲਿਆ ਜਾਵੇ, ਠੀਕ ਹੈ। ਹੋ ਸਕਦਾ ਇਹਨਾਂ ਦੋਨਾਂ ਦਾ ਪਲੱਸ ਦੇ ਕੇ ਪੁੱਛ ਲਿਆ ਜਾਵੇ ਕਿ ਬਚਤ ਕੀ ਆਵੇਗਾ, ਸੋ ਕਿਸੇ ਤਰੀਕੇ ਨਾਲ ਵੀ ਆ ਸਕਦਾ। ਵਾਸਤਵ ਵਿੱਚ ਬਚਤ ਆਮਦਨ ਦੇ ਖਰਚਿਆਂ ਨਾਲੋਂ ਵਧੇਰੇ ਹੁੰਦੀ ਹੈ। ਕਿਸ ਦਾ ਕਥਨ ਹੈ? ਕੇਨਜ਼ ਦਾ, ਡਰਨਬਰਗ ਦਾ, ਮਾਰਸ਼ਲ ਦਾ, ਸਵੀਟਨ ਦਾ। ਕਰੈਕਟ ਆਪਸ਼ਨ ਹੈ ਵੀ ਇਹ ਪ੍ਰੋਫੈਸਰ ਕੇਨਜ਼ ਦਾ ਜਿਹੜਾ ਕਥਨ ਹੈ, ਠੀਕ ਹੈ। ਕੇਨਜ਼ ਬਹੁਤ ਮਹਾਨ ਅਰਥ ਸ਼ਾਸਤਰੀ ਨੇ, ਠੀਕ ਹੈ, ਮਾਡਰਨ ਇਕਨੋਮਿਕਸ ਨੇ ਇਹ, ਜਿਨ੍ਹਾਂ ਨੇ ਅਰਥ ਸ਼ਾਸਤਰ ਦੀਆਂ ਥਿਊਰੀਆਂ ਨੂੰ ਦਾ ਤਖਤਾ ਹੀ ਬਦਲ ਕੇ ਰੱਖ ਦਿੱਤਾ, ਠੀਕ ਹੈ। ਤਾਂ ਇਹਨਾਂ ਦੀਆਂ ਡੈਫੀਨੇਸ਼ਨਸ ਬੱਚੇ ਯਾਦ ਕਰਦੇ ਨੇ, ਆਪਾਂ ਵੀ ਯਾਦ ਕਰ ਲਈਏ ਕੁਝ ਜਿੰਨੀਆਂ ਵੀ ਹੈਗੀਆਂ ਨੇ 10ਵੀਂ ਤੱਕ। ਵਾਸਤਵ ਵਿੱਚ ਜਿਹੜਾ ਬਚਤ ਆ ਉਹ ਆਮਦਨ ਦੇ ਖਰਚਿਆਂ ਤੋਂ ਵਧੇਰੇ ਹੁੰਦੀ ਹੈ। ਇਹ ਕਿਸ ਦਾ ਕਹਿਣਾ ਹੈ? ਵੀ ਕੇਨਜ਼ ਦਾ। ਬਚਤ ਕਿਸ ਦਾ ਫਲਨ ਹੈ? ਕੱਲ ਅਸੀਂ ਕੀਤਾ ਸੀ ਉਪਭੋਗ ਕਿਸ ਦਾ ਫਲਨ ਹੈ, ਠੀਕ ਹੈ, ਆਮਦਨ ਦਾ। ਇਸੇ ਤਰ੍ਹਾਂ ਅੱਜ ਦੱਸਣਾ ਹੈ ਕਿ ਬਚਤ ਕਿਸ ਦਾ ਫਲਨ ਹੈ। ਇਹ ਕੀ ਹੈ? ਵੀ ਆਮਦਨ ਦਾ, ਠੀਕ ਹੈ। ਸੇਵਿੰਗ ਇਜ਼ ਅ ਫੰਕਸ਼ਨ ਆਫ ਕੰਜ਼ੰਪਸ਼ਨ, ਠੀਕ ਹੈ। ਮਤਲਬ ਫਲਨ ਦਾ ਮਤਲਬ ਹੀ ਇਹ ਕਿ ਬਚਤ ਡਿਪੈਂਡ ਕਿਹਦੇ ਤੇ ਕਰਦੀ ਹੈ? ਸੇਵਿੰਗ ਤੇ ਜਿਹੜੀ ਬਚਤ ਹੈ ਉਹ ਆਮਦਨ ਤੇ ਡਿਪੈਂਡ ਕਰਦੀ ਹੈ। ਜਿੰਨੀ ਬਚਤ ਆਮਦਨ ਹੋਵੇਗੀ ਉਨੀ ਬਚਤ ਹੋਵੇਗੀ, ਜਿੰਨੀ ਆਮਦਨ ਘਟੇਗੀ ਉਨੀ ਬਚਤ ਘਟੀ ਜਾਵੇਗੀ, ਠੀਕ ਹੈ। ਚਲੋ, ਬਚਤ ਪ੍ਰਵਿਰਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਕੱਲ ਅਸੀਂ ਕੀਤਾ ਸੀ ਕਿ ਉਪਭੋਗ ਪ੍ਰਵਿਰਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਅੱਜ ਅਸੀਂ ਕਰ ਰਹੇ ਹਾਂ ਬਚਤ ਪ੍ਰਵਿਰਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਇਸ ਨੂੰ ਕਹਿੰਦੇ ਆ ਕਿੰਨੇ ਤਰ੍ਹਾਂ ਦੀ ਹੈ? ਵੀ 2 ਤਰ੍ਹਾਂ ਦੀ, ਠੀਕ ਹੈ, ਨਾਲ, ਠੀਕ ਹੈ, 2 ਤਰ੍ਹਾਂ ਦੀ ਇਹ ਬਚਤ ਪ੍ਰਵਿਰਤੀ ਹੈ, ਨੋਟ ਕਰ ਲੈਣਾ, ਠੀਕ ਹੈ। ਚਲੋ, ਕਿਹੜੀ ਹੁੰਦੀ ਹੈ ਵੀ? ਔਸਤ ਬਚਤ ਪ੍ਰਵਿਰਤੀ ਤੇ ਸਮਾਂਤ ਬਚਤ ਪ੍ਰਵਿਰਤੀ, ਜਿੱਦਾਂ ਕੱਲ ਅਸੀਂ ਕੀਤਾ ਸੀ ਉਪਭੋਗ ਪ੍ਰਵਿਰਤੀ। ਤਾਂ ਜ਼ਰੂਰ ਪਿਛਲੇ ਟੈਸਟ ਵੀ ਦੇਖ ਲੈਣਾ। ਆਮਦਨ ਵਧਣ ਨਾਲ ਉਪਭੋਗ ਤੇ ਕੀ ਅਸਰ ਪੈਂਦਾ ਹੈ? ਬੜਾ ਜਨਰਲ ਜਿਹਾ ਕੁਐਸਚਨ ਹੈ, ਧਿਆਨ ਦੇ ਨਾਲ ਦੇਖੋ। ਵੱਧਦਾ ਹੈ, ਘਟਦਾ ਹੈ, ਉਪਰੋਕਤ ਦੋਵੇਂ, ਉਪਰੋਕਤ ਸਾਰੇ। ਜਦੋਂ ਸਾਡੀ ਇਨਕਮ ਵੱਧਦੀ ਹੈ ਤਾਂ ਸਾਡਾ ਕੰਜ਼ੰਪਸ਼ਨ ਕੀ ਵੱਧਦਾ ਹੈ ਕਿ ਘਟਦਾ ਹੈ? ਕਰੈਕਟ ਆਪਸ਼ਨ ਵੀ ਵੱਧਦਾ ਹੈ। ਜਿੰਨੇ ਪੈਸੇ ਹੋਣਗੇ ਸਾਡੇ ਕੋਲ, ਸਾਡੀ ਖਰਚ ਉਨਾ ਹੀ ਵਧੇਗਾ, ਠੀਕ ਹੈ। ਇਹਦਾ ਨਾ ਸਿੱਧਾ ਸੰਬੰਧ ਹੈ, ਰਿਲੇਸ਼ਨ ਵੀ ਪੁੱਛ ਸਕਦੇ ਆ ਇਹਨਾਂ ਵਿੱਚ, ਡਾਇਰੈਕਟ ਰਿਲੇਸ਼ਨ ਹੈ। ਜਿਵੇਂ ਇਨਕਮ ਵਧੇਗੀ ਉਵੇਂ ਹੀ ਕੰਜ਼ੰਪਸ਼ਨ ਵਧੇਗਾ, ਠੀਕ ਹੈ। ਜਿੰਨੀ ਇਨਕਮ ਡਾਊਨ ਹੋਵੇਗੀ ਉਵੇਂ ਹੀ ਸਾਡਾ ਕੰਜ਼ੰਪਸ਼ਨ ਜਿਹੜਾ ਹੈ ਉਹ ਘਟਦਾ ਜਾਵੇਗਾ, ਠੀਕ ਹੈ। ਅਗਲਾ ਦੇਖੋ ਬਈ, ਇੱਕ ਵਿਸ਼ੇਸ਼ ਆਮਦਨ ਪੱਧਰ ਤੇ ਬਚਤ ਅਤੇ ਆਮਦਨ ਦੇ ਅਨੁਪਾਤ ਨੂੰ ਕੀ ਕਹਿੰਦੇ ਆ? ਹਾਂ, ਇੱਕ ਅਸੀਂ ਜਦੋਂ ਕਰਦੇ ਆ ਬਚਤ ਤੇ ਆਮਦਨ ਦਾ ਅਨੁਪਾਤ, ਠੀਕ ਹੈ, ਉਹਨੂੰ ਅਸੀਂ ਕੀ ਕਹਿੰਦੇ ਆ? ਉਹਨੂੰ ਅਸੀਂ ਕਹਿੰਦੇ ਆ ਔਸ ਬਚਤ ਪ੍ਰਵਿਰਤੀ। ਬਚਤ ਪ੍ਰਵਿਰਤੀ ਦੇ ਨਾਲ ਉਲਝ ਨਾ ਜਾਣਾ, ਠੀਕ ਹੈ। ਇੱਥੇ ਅਸੀਂ ਅਨੁਪਾਤ ਦੀ ਗੱਲ ਕੀਤੀ ਆ, ਬਟੇ ਦੀ ਗੱਲ ਕੀਤੀ ਆ, ਰੇਸ਼ੋ ਦੀ ਗੱਲ ਕੀਤੀ ਆ, ਠੀਕ ਹੈ। ਜੇਕਰ ਇੱਥੇ ਇਸ ਤਰ੍ਹਾਂ ਹੁੰਦਾ ਕਿ ਬਚਤ ਤੇ ਆਮਦਨ ਦੇ ਸੰਬੰਧ ਨੂੰ ਕੀ ਕਹਿੰਦੇ ਆ, ਫਿਰ ਅਸੀਂ ਕਰਾਂਗੇ ਬਚਤ ਪ੍ਰਵਿਰਤੀ। ਅਸੀਂ ਬਚਤ ਪ੍ਰਵਿਰਤੀ ਵਿੱਚ ਇਹੀ ਕਰਦੇ ਹਾਂ ਕਿ ਆਮਦਨ ਤੇ ਬਚਤ ਦਾ ਕੀ ਸੰਬੰਧ ਹੈ, ਮਤਲਬ ਆਮਦਨ ਵਧਣ ਦੇ ਨਾਲ ਬਚਤ ਕਿੰਨੀ ਵੱਧਦੀ ਹੈ, ਕੀ ਫਰਕ ਪੈਂਦਾ ਹੈ ਆਮਦਨ ਦੇ ਘਟਣ ਵਧਣ ਦੇ ਨਾਲ ਬਚਤ ਦੇ ਨਾਲ, ਠੀਕ ਹੈ, ਜਿਵੇਂ ਅਸੀਂ ਕੱਲ ਉਪਭੋਗ ਪ੍ਰਵਿਰਤੀ ਦੇ ਵਿੱਚ ਕੀਤਾ ਸੀ। ਅਗਲਾ ਦੇਖੋ ਬਈ, ਥੋੜੀ ਜਿਹੀ ਸਿਹਤ ਠੀਕ ਨਹੀਂ ਹੈ, ਪਲੀਜ਼ ਸੌਰੀ, ਕੰਪਰੋਮਾਈਜ਼ ਕਰ ਲੈਣਾ ਥੋੜਾ ਜਿਹਾ। ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਦੇ ਸਿੱਟੇ ਵਜੋਂ ਬਚਤ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਕੀ ਕਹਿੰਦੇ ਹਨ? ਹਾਂ, ਹੁਣ ਪਰਿਵਰਤਨ ਆ ਗਿਆ, ਪਹਿਲਾਂ ਸਿੰਗਲ ਸੀ, ਹੁਣ ਪਰਿਵਰਤਨ ਆਵੇਗਾ। ਹਾਂ, ਬਚਤ ਵਿੱਚ ਪਰਿਵਰਤਨ ਹੋ ਗਿਆ,
मतलब चेंज सेविंग बटा चेंज इनकम। ਤਾਂ ਇਹ ਕੀ ਹੈ, ਹਾਂ ਇਸ ਨੂੰ ਕੀ ਕਹਿੰਦੇ ਆ ਵੀ ਸਮਾਦ। ਜਦੋਂ ਪਰਿਵਰਤਨ ਦੀ ਗੱਲ ਆ ਗਈ ਤਾਂ ਉੱਥੇ ਸਮਾਦ ਆ ਜਾਣਾ, ਮਾਰਜਨਲ। ਠੀਕ ਹੈ, ਬਚਤ ਪ੍ਰਵਿਰਤੀ। ਠੀਕ ਹੈ, ਸਮਾਦ ਬਚਤ ਪ੍ਰਵਿਰਤੀ। ਓਕੇ ਚਲੋ ਅਗਲਾ ਸਵਾਲ ਦੇਖੋ ਬਈ, ਸਮਾਤ ਬਚਤ ਪ੍ਰਵਿਰਤੀ ਬਰਾਬਰ ਹੈ ਬਚਤ ਵਿੱਚ ਪਰਿਵਰਤਨ ਆਮਦਨ ਵਿੱਚ ਪਰਿਵਰਤਨ, ਆਮਦਨ ਵਿੱਚ ਪਰਿਵਰਤਨ ਬਟਾ ਬਚਤ ਵਿੱਚ ਪਰਿਵਰਤਨ, ਨਿਵੇਸ਼ ਵਿੱਚ ਨਿਵੇਸ਼ ਬਟਾ ਬਚਤ, ਉਪਭੋਗ ਬਟਾ ਬਚਤ। ਕਰੈਕਟ ਆਪਸ਼ਨ ਹੈ ਵੀ ਇਸ ਦਾ ਬਚਤ ਬਟਾ ਬਚਤ ਵਿੱਚ ਪਰਿਵਰਤਨ, ਆਮਦਨ ਵਿੱਚ ਪਰਿਵਰਤਨ। ਇਸ ਨੂੰ ਲਿਖਦੇ ਆ ਇਕਨੋਮਿਕਸ ਦੇ ਵਿੱਚ ਇਸ ਤਰ੍ਹਾਂ, ਚੇਂਜ ਐਸ ਓਵਰ ਚੇਂਜ ਆਈ। ਆਈ ਮਤਲਬ ਇਨਕਮ, ਚੇਂਜ ਆ ਡੈਲਟਾ ਚੇਂਜ ਦਾ ਨਿਸ਼ਾਨ ਹੈ। ਠੀਕ ਹੈ ਚਲੋ ਚਲੋ ਇਸ ਤਰ੍ਹਾਂ ਆਪਾਂ ਅੱਗੇ ਜਾਣਾ ਨਹੀਂ ਜਾਣਾ, ਫਿਰ ਵੀ ਅੰਡਰਸਟੈਂਡਿੰਗ ਲਈ ਦੱਸ ਰਹੀ ਹਾਂ। ਠੀਕ ਹੈ, ਤਾਂ ਕਿ ਕੋਈ ਵੀ ਭੁਲੇਖਾ ਨਾ ਰਹਿ ਜਾਵੇ। ਚਲੋ ਠੀਕ ਹੈ, ਅਗਲਾ ਸਵਾਲ ਦੇਖੋ। ਇੱਕ ਵਰੇ ਦੌਰਾਨ ਆਮਦਨ ਦਾ ਜੋ ਭਾਗ ਉਪਭੋਗ ਤੇ ਖਰਚ ਨਹੀਂ ਕੀਤਾ ਜਾਂਦਾ ਬਲਕਿ ਬਚਾ ਕੇ ਪੂੰਜੀ ਨਿਰਮਾਣ ਲਈ ਉਪਯੋਗ ਕੀਤਾ ਜਾਂਦਾ, ਉਸ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਵੀ ਨਿਵੇਸ਼, ਪੂੰਜੀ ਨਿਰਮਾਣ, ਬਚਤ, ਉਪਭੋਗ। ਕਰੈਕਟ ਆਪਸ਼ਨ ਹੈ ਵੀ ਉਸ ਨੂੰ ਅਸੀਂ ਨਿਵੇਸ਼ ਕਹਿੰਦੇ ਆ। ਮਤਲਬ ਆਮਦਨ ਦੇ ਵਿੱਚੋਂ ਕੁਝ ਪੈਸਾ ਅਸੀਂ ਬਚਾ ਕੇ ਰੱਖ ਲਿਆ, ਉਸ ਬਚਾਏ ਹੋਏ ਪੈਸੇ ਦੀ ਕੋਈ ਚੀਜ਼ ਖਰੀਦ ਲਈ, ਮੰਨ ਲਓ ਕੱਪੜੇ ਸੀਨ ਵਾਲੀ ਮਸ਼ੀਨ ਖਰੀਦ ਲਈ। ਠੀਕ ਹੈ ਨਾ, ਤਾਂ ਉਹ ਕੀ ਹੈ, ਉਹਦੇ ਨਾਲ ਸਾਡੀ ਇਨਕਮ ਜਨਰੇਟ ਹੁੰਦੀ ਆ, ਪੂੰਜੀ ਨਿਰਮਾਣ ਹੋਇਆ, ਪੂੰਜੀਗਤ ਵਸਤੂ ਦਾ ਨਿਰਮਾਣ ਹੋਇਆ। ਠੀਕ ਹੈ, ਤਾਂ ਇਹ ਕੀ ਨਿਵੇਸ਼ ਆ। ਠੀਕ ਹੈ, ਇਨਵੈਸਟਮੈਂਟ ਕਰਨਾ। ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਹੈ। ਕਿਸ ਦਾ ਕਥਨ ਹੈ? ਮਾਰਸ਼ਲ, ਪ੍ਰੋਫੈਸਰ ਹਿਕਸ। ਇਹ ਹੈ ਵੀ ਪ੍ਰੋਫੈਸਰ ਹਿਕਸ ਦਾ ਕਥਨ। ਪੂੰਜੀ ਵਿੱਚ ਹੋਣ ਵਾਲੇ ਇਹ ਜਿਹੜੀਆਂ ਫੇਮਸ ਸਟੇਟਮੈਂਟਸ ਨੇ ਜ਼ਰੂਰ ਯਾਦ ਕਰ ਲੈਣਾ। ਠੀਕ ਹੈ, ਕੁਝ ਕਰੰਟ ਦੇ ਸਵਾਲ ਵੀ ਆਪਾਂ ਇਕਨੋਮਿਕਸ 'ਚੋਂ ਕਰਨੇ ਆ। ਠੀਕ ਹੈ, ਕਰੰਟ ਇਕਨੋਮਿਕਸ 'ਚ ਵੀ ਆ ਜਾਂਦਾ ਹੁੰਦਾ, ਵੈਸੇ ਜਿਸ ਤਰ੍ਹਾਂ GDP ਕਿੰਨੀ ਹੈ, ਇੱਦਾਂ ਦੇ ਲਾਗੇ ਜੇ ਕਰਾਂਗੇ। ਨਿਵੇਸ਼ ਮੁੱਖ ਤੌਰ ਤੇ ਕਿੰਨੇ ਤੱਤਾਂ ਤੇ ਨਿਰਭਰ ਕਰਦਾ ਹੈ? 2 3 4 4 6। ਕਰੈਕਟ ਆਪਸ਼ਨ ਵੀ 2। ਜਿਹੜੀ ਇਨਵੈਸਟਮੈਂਟ ਆ, ਅਸੀਂ ਇਨਵੈਸਟਮੈਂਟ ਕਰਦੇ ਆ, ਹਨਾ, ਪੈਸਾ ਇਨਵੈਸਟ ਕਰਦੇ ਆ, ਉਹ 2 ਫੈਕਟਰ ਤੇ ਨਿਰਭਰ ਕਰਦਾ ਆ। ਉਹ ਕਿਹੜੇ ਫੈਕਟਰ ਨੇ ਦੇਖ ਲਓ। ਰੇਟ ਆਫ ਪ੍ਰੋਫਿਟ ਮਤਲਬ ਲਾਭ ਦੀ ਦਰ, ਸਾਨੂੰ ਕਿੰਨਾ ਲਾਭ ਹੋ ਰਿਹਾ ਹੈ। ਵਿਆਜ ਦੀ ਦਰ, ਜਿਹੜਾ ਅਸੀਂ ਕਰਜ਼ਾ ਲਿਆ ਕਿਸੇ ਕੰਮ ਨੂੰ ਸ਼ੁਰੂ ਕਰਨ ਵਿੱਚ, ਉਹ ਕੀ ਹੈ। ਠੀਕ ਹੈ ਚਲੋ ਵੀ, ਲਾਭ ਦੀ ਦਰ ਨੂੰ ਹੋਰ ਕੀ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਵੀ, ਹਾਂਜੀ ਕੀ ਕਿਹਾ ਜਾਂਦਾ ਵੀ ਰਾਸ਼ਟਰੀ ਆਮਦਨ, ਮੁਨਾਫਾ, ਲਾਟਰੀ, ਪੂੰਜੀ ਦੀ ਸਮਾਤ ਕੁਸ਼ਲਤਾ। ਕਰੈਕਟ ਆਪਸ਼ਨ ਹੈ ਵੀ ਪੂੰਜੀ ਦੀ ਸਮਾਤ ਕੁਸ਼ਲਤਾ ਕਿਹਾ ਜਾਂਦਾ ਲਾਭ ਦੀ ਦਰ ਨੂੰ। ਠੀਕ ਹੈ, ਰੇਟ ਆਫ ਪ੍ਰੋਫਿਟ ਨੂੰ। ਇੱਕ ਉਦਮੀ ਕਦੋਂ ਤੱਕ ਨਿਵੇਸ਼ ਕਰਦਾ ਰਹੇਗਾ? ਹਾਂ, ਇੱਕ ਫੈਕਟਰੀ ਵਾਲਾ ਐਂਟਰਪ੍ਰੈਨਿਓਰ ਆ, ਉਹ ਕਦੋਂ ਤੱਕ ਪੈਸਾ ਇਨਵੈਸਟ ਕਰਦਾ ਰਹੇਗਾ ਫੈਕਟਰੀ ਦੇ? ਉਦਾਹਰਨ ਲੈ ਕੇ ਦੇਖ ਲਓ, ਜਦੋਂ ਤੱਕ ਲਾਭ ਦੀ ਦਰ ਤੇ ਵਿਆਜ ਦੀ ਦਰ ਬਰਾਬਰ ਨਾ ਹੋ ਜਾਵੇ, ਜਦੋਂ ਤੱਕ ਵਿਆਜ ਦੀ ਦਰ ਲਾਭ ਦੀ ਦਰ ਤੋਂ ਵਧੇਰੇ ਹੋਵੇ, ਉਪਰੋਕਤ ਦੋਵੇਂ, ਉਪਰੋਕਤ ਕੋਈ ਨਹੀਂ। ਠੀਕ ਹੈ, ਦੇਖੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਰਜ਼ਾ ਲੈ ਕੇ ਕੰਮ ਸ਼ੁਰੂ ਕੀਤਾ ਹੁੰਦਾ, ਤਾਂ ਫਿਰ ਉਹ ਉਦੋਂ ਤੱਕ ਪੈਸਾ ਇਨਵੈਸਟ ਕਰਦਾ ਰਹਿੰਦਾ ਹੈ ਜਦੋਂ ਤੱਕ ਉਹਦੀ ਲਾਭ ਦੀ ਦਰ ਤੇ ਵਿਆਜ ਦੀ ਦਰ ਬਰਾਬਰ ਨੇ। ਇਹ ਥੋੜੀ ਕਿ ਵਿਆਜ ਦੀ ਦਰ ਜ਼ਿਆਦਾ ਹੋਵੇ ਤੇ ਲਾਭ ਕੁਝ ਹੋਵੇ ਹੀ ਨਾ, ਤੇ ਕੰਮ ਸ਼ੁਰੂ ਕਰਨ ਦਾ ਕੀ ਫਾਇਦਾ? ਫਿਰ ਉਹ ਇਨਵੈਸਟਮੈਂਟ ਜਿਹੜੀ ਆ ਘੱਟ ਕਰ ਦਿੰਦਾ ਹੈ, ਤੇ ਜੇ ਬਿਲਕੁਲ ਹੀ ਨਾ ਕੰਮ ਬਣੇ ਤਾਂ ਫਿਰ ਬੰਦ ਵੀ ਕਰ ਦਿੰਦਾ ਹੈ। ਚਲੋ ਹਾਂਜੀ, ਜੇਕਰ ਅਨੁਮਾਨਿਤ ਲਾਭ ਵਿਆਜ ਦੀ ਦਰ ਤੋਂ ਵਧੇਰੇ ਹੋਏ, ਮਤਲਬ ਜਿਹੜਾ ਲਾਭ ਹੋ ਰਿਹਾ ਆ, ਜਿਹੜਾ ਅਸੀਂ ਕਰਜ਼ਾ ਲਿਆ ਆ, ਉਹਦੀ ਵਿਆਜ ਦੀ ਦਰ ਤੋਂ ਜ਼ਿਆਦਾ ਹੋ ਰਿਹਾ ਆ, ਤਾਂ ਐਂਟਰਪ੍ਰੈਨਿਓਰ ਕੀ ਕਰੇਗਾ? ਉਦਮੀ ਕੀ ਕਰੇਗਾ? ਨਿਵੇਸ਼ ਘੱਟ ਕਰ ਦੇਵੇਗਾ, ਨਿਵੇਸ਼ ਵਿੱਚ ਵਾਧਾ ਕਰੇਗਾ, ਨਿਵੇਸ਼ ਬੰਦ ਕਰ ਦੇਵੇਗਾ, ਕੀ ਕਰੇਗਾ? ਕਰੈਕਟ ਆਪਸ਼ਨ ਹੈ ਵੀ ਨਿਵੇਸ਼ 'ਚ ਵਾਧਾ ਕਰੇਗਾ, ਕਿਉਂਕਿ ਉਸਨੂੰ ਲਾਭ ਜ਼ਿਆਦਾ ਹੋ ਰਿਹਾ, ਉਹਦੀ ਵਿਆਜ ਜਿਹੜਾ ਨਾ ਕਰਜ਼ਾ ਚੱਕਿਆ ਹੋਇਆ ਵਾ, ਜਿਸ ਕਰਜ਼ੇ ਨੂੰ ਚੁੱਕ ਕੇ ਉਹਨੇ ਕੰਮ ਸ਼ੁਰੂ ਕੀਤਾ, ਉਹ ਨਿਕਲ ਰਿਹਾ ਹੈ ਵਿੱਚੋਂ। ਠੀਕ ਹੈ, ਜੇ ਅਗਰ ਉਲਟਾ ਹੁੰਦਾ ਫਿਰ ਉਹਨੇ ਨਿਵੇਸ਼ ਘੱਟ ਕਰ ਦੇਣਾ ਸੀ। ਹਾਂਜੀ, ਨਿਵੇਸ਼ ਦੀ ਉਹ ਕਿਹੜੀ ਕਿਸਮ ਹੈ? ਦੇਖੋ ਨਿਵੇਸ਼ ਕਈ ਤਰ੍ਹਾਂ ਦਾ ਹੁੰਦਾ, ਇਨਵੈਸਟਮੈਂਟ ਬਹੁਤ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਤਾਂ ਕੁਝ ਵੰਨਗੀਆਂ ਨੇ ਜਿਹੜੀਆਂ 10ਵੀਂ ਦੀ ਬੁੱਕ 'ਚ ਦਿੱਤੀਆਂ ਨੇ, ਉਹ ਆਪਾਂ ਕਰਾਂਗੇ। ਨਿਵੇਸ਼ ਦੀ ਉਹ ਕਿਹੜੀ ਕਿਸਮ ਹੈ ਜੋ ਲਾਭ ਦੀ ਦਰ ਤੇ ਆਮਦਨ ਤੇ ਨਿਰਭਰ ਕਰਦੀ ਹੈ? ਜਿਹੜੀ ਸਧਾਰਨ ਬੰਦਾ ਇਨਵੈਸਟ ਕਰਦਾ ਨਾ ਪੈਸਾ, ਉਹ ਲਾਭ ਦੀ ਦਰ ਤੇ ਇਨਕਮ ਤੇ ਡਿਪੈਂਡ ਕਰਦਾ। ਜਿੰਨੀ ਲਾਭ ਦੀ ਦਰ ਹੋਵੇਗੀ, ਜਿੰਨੀ ਇਨਕਮ ਹੋਵੇਗੀ, ਉਨਾ ਹੀ ਪੈਸਾ ਇਨਵੈਸਟ ਹੋਵੇਗਾ। ਠੀਕ ਹੈ ਨਾ, ਜਨਰਲੀ ਅਸੀਂ ਇਸ ਤਰ੍ਹਾਂ ਹੀ ਕਰਦੇ ਹਾਂ। ਤੇ ਇਹ ਕਿਹੜਾ ਨਿਵੇਸ਼ ਹੈ ਵੀ, ਕਿਹੜੀ ਇਨਵੈਸਟਮੈਂਟ? ਇਹ ਹੈ ਪ੍ਰੇਰਿਤ ਇਨਵੈਸਟਮੈਂਟ। ਠੀਕ ਹੈ, ਮਤਲਬ ਸਾਨੂੰ ਪ੍ਰੇਰਨਾ ਮਿਲਦੀ ਆ ਲਾਭ ਦੋ, ਮਤਲਬ ਜਿੰਨਾ ਲਾਭ ਹੋਈ ਜਾਂਦਾ ਅਸੀਂ ਉਨੀ ਇਨਵੈਸਟ ਕਰੀ ਜਾਂਦੇ ਆ ਪੈਸਾ। ਠੀਕ ਹੈ, ਅਗਲਾ ਦੇਖੋ, ਉਹ ਨਿਵੇਸ਼ ਜੋ ਆਮਦਨ ਅਤੇ ਲਾਭ ਦੀ ਦਰ ਤੋਂ ਸੁਤੰਤਰ ਹੁੰਦਾ ਆ। ਹਾਂ, ਇਹ ਜ਼ਿਆਦਾ ਦੇਖੋ ਵੀ ਕਿਹੜਾ ਇਹ ਹੈ ਸਵੈ ਚਲਿਤ ਨਿਵੇਸ਼। ਠੀਕ ਹੈ, ਜਦੋਂ ਇਹ ਜਿਹੜਾ ਸਵੈ ਚਲਿਤ ਨਿਵੇਸ਼ ਨਾ, ਇਹਨੂੰ ਆਮਦਨ ਨਾਲ ਲਾਭ ਦੀ ਦਰ ਨਾਲ ਕੋਈ ਫਰਕ ਨਹੀਂ ਪੈਂਦਾ, ਹੋਵੇ ਨਾ ਹੋਵੇ ਕੋਈ ਮਤਲਬ ਨਹੀਂ। ਇਹ ਗਵਰਨਮੈਂਟ ਹੀ ਜ਼ਿਆਦਾਤਰ ਕਰਦੀ, ਆਮ ਬੰਦਾ ਨਹੀਂ ਇਹ ਕਰਦਾ। ਠੀਕ ਹੈ, ਸਰਕਾਰ, ਪ੍ਰਾਈਵੇਟ ਕੰਪਨੀਜ਼ ਨਹੀਂ ਇਹ ਕਰਦੀਆਂ। ਠੀਕ ਹੈ, ਇਹ ਸਰਵਜਨਕ ਖੇਤਰ ਦੇ ਵਿੱਚ ਆ ਜਾਂਦਾ। ਸਰਕਾਰ ਦੁਆਰਾ ਕੁੱਲ ਮੰਗ ਨੂੰ ਵਧਾਉਣ ਲਈ ਕੀਤਾ ਗਿਆ ਨਿਵੇਸ਼ ਕੀ ਹੈ? ਹਾਂ,
ਮਤਲਬ ਇਕਨੋਮੀ ਦੇ ਵਿੱਚ ਮੰਗ ਜਿਹੜੀ ਡਿੱਗ ਗਈ ਹੈ ਨੀਚੇ, ਉਹਨੂੰ ਮੰਗ ਨੂੰ ਜਨਰੇਟ ਕਰਨ ਦੇ ਲਈ ਸਰਕਾਰ ਕੀ ਕਰਦੀ ਹੈ? ਸਵੈ ਚਲਿਤ ਨਿਵੇਸ਼ ਕਰਦੀ ਹੈ। ਕਿਹੜਾ ਕਰਦੀ ਹੈ? ਸਵੈ ਚਲਿਤ ਨਿਵੇਸ਼ ਕਰਦੀ। ਮੈਂ ਪਹਿਲੇ ਆਪਾਂ ਕਰ ਲਿਆ ਨਾ ਚਰਚਾ ਕਿ ਸਵੈ ਚਲਿਤ ਨਿਵੇਸ਼ ਕੌਣ ਕਰਦਾ? ਸਰਕਾਰ ਕਰਦੀ ਆ, ਠੀਕ ਹੈ। ਜਿਵੇਂ ਕੋਈ ਪੁੱਲ ਸ਼ੁਰੂ ਕਰ ਦਿੱਤਾ, ਪੁੱਲ ਬਣਾਉਣਾ ਆ, ਠੀਕ ਹੈ, ਤਾਂ ਪੁੱਲ ਬਣਾਉਣਾ ਆ, ਤਾਂ ਪੁੱਲ ਬਣਾਉਣ ਲਈ ਫਿਰ ਰੁਜ਼ਗਾਰ ਬੰਦੇ ਕੰਮ ਤੇ ਲੱਗਦੇ ਨੇ, ਮਜ਼ਦੂਰੀ ਕਰਦੇ ਆ, ਤਾਂ ਫਿਰ ਉਹਨਾਂ ਨੂੰ ਮਜ਼ਦੂਰੀ ਮਿਲਦੀ ਆ, ਉਹਨਾਂ ਕੋਲ ਪੈਸੇ ਆਉਂਦੇ ਆ, ਪੈਸੇ ਆਉਂਦੇ ਤਾਂ ਮੰਗ ਕਰਦੇ ਆ, ਮੰਗ ਕਰਦੇ ਤੱਕ ਬਾਜ਼ਾਰ ਦੇ ਵਿੱਚ ਜਿਹੜੀ ਆ ਮਤਲਬ ਬੈਲੈਂਸ ਸਾਡਾ ਜਿਹੜਾ ਬਣਨਾ ਸ਼ੁਰੂ ਹੋ ਜਾਂਦਾ ਹੈ। ਅੱਗੇ ਦੇਖੋ, ਕਿਸੇ ਅਰਥ ਵਿਵਸਥਾ ਵਿੱਚ ਇੱਕ ਵਰ੍ਹੇ ਦੌਰਾਨ ਪੂੰਜੀਗਤ ਪਦਾਰਥਾਂ ਦੇ ਕੁੱਲ ਉਤਪਾਦਨ ਕਿਹੜਾ ਨਿਵੇਸ਼ ਹੈ? ਹਾਂ ਮਤਲਬ ਸੌਰੀ ਇੱਥੇ ਕੁਐਸਚਨ 'ਚ ਕੁਝ ਮਿਸ ਆ, ਮਤਲਬ ਕੁੱਲ ਟੋਟਲ ਇਨਵੈਸਟਮੈਂਟ ਜਿਹੜੀ ਪੂੰਜੀਗਤ ਪਦਾਰਥਾਂ ਤੇ ਆਉਂਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ? ਇੱਥੇ ਇੱਦਾਂ ਆ, ਠੀਕ ਹੈ, ਇੱਕ ਵਰ੍ਹੇ ਦੌਰਾਨ ਪੂੰਜੀਗਤ ਪਦਾਰਥ ਦੇ ਕੁੱਲ ਉਤਪਾਦਨ ਤੇ ਆਏ ਖਰਚ ਨੂੰ ਕੀ ਕਹਿੰਦੇ ਆ? ਇਹ ਕਹਿੰਦੇ ਆ ਆਪਾਂ ਕੁੱਲ ਉਤਪਾਦਨ ਕਿਹੜਾ ਨਿਵੇਸ਼ ਹੈ? ਮਤਲਬ ਟੋਟਲ ਇਨਵੈਸਟਮੈਂਟ ਜਿਹੜੀ ਪੂਰੀ ਇਸ ਇੱਕ ਸਾਲ ਦੌਰਾਨ ਜਿੰਨੀ ਵੀ ਹੋਈ ਮੁਰੰਮਤ ਵਗੈਰਾ ਵਿੱਚ ਪਾ ਕੇ। ਕਰੈਕਟ ਆਪਸ਼ਨ ਹੈ ਵੀ ਇਸ ਨੂੰ ਅਸੀਂ ਕਹਿੰਦੇ ਆ ਕੁੱਲ ਨਿਵੇਸ਼, ਗ੍ਰੋਸ ਇਨਵੈਸਟਮੈਂਟ, ਠੀਕ ਹੈ, ਗ੍ਰੋਸ ਇਨਵੈਸਟਮੈਂਟ ਇਹਨੂੰ ਕਹਿੰਦੇ ਆ, ਠੀਕ ਹੈ। ਇੱਕ ਵਰ੍ਹੇ ਦੌਰਾਨ ਪੂੰਜੀਗਤ ਪਦਾਰਥਾਂ ਤੇ ਜਿੰਨੀ ਵੀ ਕੁੱਲ ਇਨਵੈਸਟਮੈਂਟ ਆਈ ਆ, ਠੀਕ ਹੈ, ਜਿੰਨਾ ਵੀ ਕੁੱਲ ਪੈਸਾ ਖਰਚਿਆ ਆ, ਕੁੱਲ ਖਰਚ ਜਿਹੜਾ ਆ ਉਹ ਕਿਹੜਾ ਨਿਵੇਸ਼ ਆ? ਅਗਲਾ ਦੇਖੋ, ਕੁੱਲ ਨਿਵੇਸ਼ ਦੀਆਂ ਕਿਹੜੀਆਂ ਕਿਸਮਾਂ ਹਨ? ਇਹ ਸਵਾਲ ਛੱਡ ਦਿਓ, ਇਹ ਮੈਨੂੰ ਲੱਗਦਾ ਕੁਝ ਗਲਤ ਹੋ ਗਿਆ ਇਹਦੇ ਵਿੱਚ, ਠੀਕ ਹੈ। ਤਾਂ ਵੈਸੇ ਤਾਂ ਕੁੱਲ ਨਿਵੇਸ਼ ਦੀਆਂ 2 ਕਿਸਮਾਂ ਨੇ, ਠੀਕ ਹੈ, ਕਿਹੜੀਆਂ ਆਉਂਦੀਆਂ ਨੇ? ਸ਼ੁੱਧ ਨਿਵੇਸ਼ ਤੇ ਪ੍ਰਤੀਸਥਾਪਨ ਨਿਵੇਸ਼। ਇਹ ਆਪਸ਼ਨ ਗਲਤ ਆ, ਠੀਕ ਹੈ, ਦੋਨੋਂ ਗਲਤ ਪੈ ਗਏ। ਇੱਥੇ ਆਵੇਗਾ ਈਡੀ ਉਪਰੋਕਤ ਦੋਵੇਂ, ਠੀਕ ਹੈ। ਅਸੀਂ ਜਿਹੜਾ ਗ੍ਰੋਸ ਇਨਵੈਸਟਮੈਂਟ ਆ ਅਸੀਂ ਉਹਨੂੰ 2 ਭਾਗਾਂ 'ਚ ਡਿਵਾਈਡ ਕਰਦੇ ਹਾਂ, ਠੀਕ ਹੈ। ਇੱਕ ਸ਼ੁੱਧ ਨਿਵੇਸ਼ ਹੋ ਜਾਂਦਾ, ਇੱਕ ਪ੍ਰਤੀਸਥਾਪਨ ਨਿਵੇਸ਼ ਹੁੰਦਾ। ਇਹਦੇ ਬਾਰੇ ਮੈਂ ਤੁਹਾਨੂੰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਚਲੋ, ਪੂੰਜੀ ਦੀ ਘਿਸਾਵਟ ਦੇ ਕਾਰਨ ਨਸ਼ਟ ਹੋਣ ਵਜੋਂ ਉਸ ਦੇ ਨਵੀਨੀਕਰਨ ਤੇ ਕੀਤੇ ਗਏ ਨਿਵੇਸ਼ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਵੀ? ਇਸ ਨੂੰ ਕਹਿੰਦੇ ਹਨ ਪ੍ਰਤੀਸਥਾਪਨ ਨਿਵੇਸ਼। ਮੰਨ ਲਓ 1000 ਦੀ ਮਸ਼ੀਨ ਲੱਗੀ, 2 ਸਾਲਾਂ ਬਾਅਦ ਉੱਤੇ 2000 ਰੁਪਇਆ ਹੋਰ ਲੱਗ ਗਿਆ, ਇਹ ਉਹਦੀ ਘਿਸਾਵਟ ਆ। ਉਸਨੂੰ ਅਸੀਂ ਹੁਣ ਥੋੜਾ ਜਿਹਾ ਮਾਡਰਨ ਮਤਲਬ ਥੋੜਾ ਜਿਹਾ ਉਹਦੇ ਵਿੱਚ ਮੁਰੰਮਤ ਕੀਤੀ ਆ, ਉਹਦੇ ਤੇ ਪੈਸਾ ਲੱਗਾ, ਉਹ ਪੈਸਾ ਜਿਹੜਾ ਲੱਗਾ ਮੁਰੰਮਤ ਵਾਲਾ ਉਹਨੂੰ ਉਹ ਜਿਹੜੀ ਇਨਵੈਸਟਮੈਂਟ ਹੈ ਉਹ ਹੈਗੀ ਪ੍ਰਤੀਸਥਾਪਨ ਨਿਵੇਸ਼, ਠੀਕ ਹੈ। ਅੱਗੇ ਕੁੱਲ ਨਿਵੇਸ਼ ਕੀ ਹੈ? ਕੁੱਲ ਨਿਵੇਸ਼ ਦਾ ਫਾਰਮੂਲਾ ਕੀ ਹੈ ਵੀ ਆਪਾਂ ਉੱਪਰ ਕਰਕੇ ਆਏ ਸੀ ਨਾ, ਸ਼ੁੱਧ ਨਿਵੇਸ਼ ਬਟਾ ਸ਼ੁੱਧ ਨਿਵੇਸ਼ ਪਲੱਸ ਪ੍ਰਤੀਸਥਾਪਨ ਨਿਵੇਸ਼। ਜਦੋਂ ਅਸੀਂ ਇਹਨਾਂ ਦੋਨਾਂ ਨੂੰ ਜੋੜ ਦਿੰਦੇ ਆ, ਸ਼ੁੱਧ ਨਿਵੇਸ਼ ਕੀ ਆ? ਜਿਹੜੀ ਜਦੋਂ ਮੁੱਢ ਤੋਂ ਜਿਹੜਾ ਇਨਵੈਸਟਮੈਂਟ ਆਪਾਂ ਕੀਤੀ, ਜਿਵੇਂ ਕਿ 1000 ਦੀ ਮਸ਼ੀਨ ਲਈ 2000 ਰੁਪਏ ਬਾਅਦ 'ਚ ਉੱਤੇ ਖਰਚ ਆ ਗਿਆ, 1200 ਜਿਹੜੀ ਆ ਕੁੱਲ ਇਨਵੈਸਟਮੈਂਟ ਆ, ਠੀਕ ਹੈ। ਚਲੋ, ਕੁੱਲ ਇਨਵੈਸਟਮੈਂਟ ਵਿੱਚੋਂ ਘਿਸਾਵਟ ਖਰਚ ਦਾ ਪ੍ਰਤੀਸਥਾਪਨ ਨਿਵੇਸ਼ ਨੂੰ ਘਟਾਈਏ ਤਾਂ ਬਚੇ ਨਿਵੇਸ਼ ਨੂੰ ਕੀ ਕਹਿੰਦੇ ਹਨ? ਹਾਂ, ਇਹ ਤਾਂ ਹੁਣ ਕਲੀਅਰ ਹੋ ਹੀ ਗਿਆ ਹੋਵੇਗਾ ਕੀ ਕਹਿੰਦੇ ਆ ਵੀ। ਚਲੋ, ਤੁਸੀਂ ਇਸ ਦਾ ਆਨਸਰ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ। ਜਦੋਂ ਕਿਸੇ ਕੰਮ ਉੱਤੇ ਜਿੰਨੇ ਕਿਰਤੀਆਂ ਦੀ ਲੋੜ ਹੁੰਦੀ ਹੈ ਉਸ ਤੋਂ ਵਧੇਰੇ ਕਿਰਤੀ ਲੱਗੇ ਹੋਏ ਹਨ ਤਾਂ ਕਿਰਤੀਆਂ ਦੀ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਨੇ? ਹਾਂ, ਇੱਥੇ ਆਪਸ਼ਨ ਪਾਓ ਬਈ ਇੱਕ ਹੋਰ, ਇਹਨੂੰ ਕਹਿੰਦੇ ਆ ਛੁਪੀ ਹੋਈ ਬੇਰੁਜ਼ਗਾਰੀ, ਠੀਕ ਹੈ। ਮਤਲਬ ਕੰਮ ਤੇ ਜਿੰਨੇ ਬੰਦੇ ਦੀ ਲੋੜ ਹੈ ਉਸ ਤੋਂ ਵਾਧੂ ਹੀ ਲੱਗੇ ਨੇ, 10 ਦੀ ਲੋੜ ਹੈ ਪਰ 12 ਮਜ਼ਦੂਰ ਲੱਗੇ ਹੋਏ ਨੇ, ਠੀਕ ਹੈ। ਜਿਹੜੇ 2 ਨੇ ਉਹਨਾਂ ਦੀ ਬੇਰੁਜ਼ਗਾਰੀ ਛੁਪੀ ਹੋਈ ਹੈ, ਉਹ ਕੀ ਹੈ? ਛੁਪੀ ਬੇਰੁਜ਼ਗਾਰੀ, ਡਿਸਗਾਈਜ਼ ਅਨਇੰਪਲੋਇਮੈਂਟ, ਠੀਕ ਹੈ। ਚਲੋ ਦੇਖੋ ਵੀ ਇੱਕ ਟਾਈਪਿੰਗ 'ਚ ਨਾ ਮਿਸਟੇਕ ਹੋ ਜਾਂਦੀ ਕਈ ਵੇਲੇ, ਇੰਨੇ ਸਾਰੇ ਸਵਾਲ ਲਿਖਣੇ ਹੁੰਦੇ ਆ ਤਾਂ ਕਿਤਾਬ ਨਾਲ ਖੁੱਲੀ ਹੁੰਦੀ ਆ ਤਾਂ ਉਹ ਥੋੜਾ ਜਿਹਾ ਟਾਈਪਿੰਗ 'ਚ ਕਿਤੇ ਵਰਡ ਮਿਸ ਹੋ ਜਾਂਦਾ, ਪਰ ਮੈਂ ਬੋਲ ਕੇ ਸਹੀ ਕਰਵਾ ਦਿੰਦੀ ਆ, ਇਸ ਗੱਲ ਦੀ ਮਾਫੀ ਚਾਹੁੰਦੀ ਆ। ਇੱਕ ਅਜਿਹੀ ਹਾਲਤ ਜਿਸ ਵਿੱਚ ਉਹਨਾਂ ਸਾਰੇ ਵਿਅਕਤੀਆਂ ਨੂੰ ਰੋਜ਼ਗਾਰ ਮਿਲ ਜਾਂਦਾ ਹੈ ਜੋ ਮਜ਼ਦੂਰੀ ਦੀ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਹੁੰਦੇ ਹਨ, ਇਹਨੂੰ ਕਹਿੰਦੇ ਆ ਪੂਰਨ ਰੁਜ਼ਗਾਰ, ਫੁੱਲ ਇੰਪਲੋਇਮੈਂਟ ਦੀ ਕੰਡੀਸ਼ਨ ਜਦੋਂ ਬਣਦੀ ਆ ਇਕਨੋਮੀ ਦੇ ਵਿੱਚ, ਠੀਕ ਹੈ। ਇਹ ਵੈਸੇ ਹੁੰਦੀ ਨਹੀਂ ਆ ਅਸਲ ਦੇ ਵਿੱਚ, ਕਿਉਂਕਿ ਕਿਤੇ ਨਾ ਕਿਤੇ ਬੇਰੁਜ਼ਗਾਰੀ ਹੁੰਦੀ ਆ, ਠੀਕ ਹੈ। ਤਾਂ ਪਰ ਇਹਨੂੰ ਇਕਨੋਮਿਸਟ ਕਿਸ ਤਰ੍ਹਾਂ ਲੈਂਦੇ ਨੇ? ਉਹ ਇਸ ਤਰ੍ਹਾਂ ਲੈਂਦੇ ਆ ਕਿ ਕੰਮ ਤਾਂ ਹੈ, ਦੇਖੋ ਸਾਰੇ ਵਿਅਕਤੀਆਂ ਨੂੰ ਰੁਜ਼ਗਾਰ ਮਿਲ ਰਿਹਾ, ਪਰ ਕਿਹੜਿਆਂ ਨੂੰ ਮਿਲ ਰਿਹਾ? ਜੋ ਮਜ਼ਦੂਰੀ ਦੀ ਵਰਤਮਾਨ ਰੇਟ ਜੋ ਚੱਲ ਰਿਹਾ ਉੱਤੇ ਕੰਮ ਕਰਨ ਲਈ ਤਿਆਰ ਆ, ਠੀਕ ਹੈ, ਕੰਮ ਕਰ ਰਹੇ ਨੇ, ਠੀਕ ਹੈ। ਤਾਂ ਇਹ ਕੀ ਆ? ਫੁੱਲ ਇੰਪਲੋਇਮੈਂਟ ਦੀ ਕੰਡੀਸ਼ਨ ਆ। ਜਦੋਂ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ ਤੇ ਕੰਮ ਕਰਨ ਲਈ ਤਿਆਰ ਨਾ ਹੋਣ ਜਾਂ ਕੰਮ ਦੇ ਹੋਣ ਦੇ ਬਾਵਜੂਦ ਵੀ ਉਹ ਆਪਣੀ ਸਵੈ ਇੱਛਾ ਨਾਲ ਕੰਮ ਨਹੀਂ ਕਰਨਾ ਚਾਹੁੰਦੇ ਹੋਣ ਤਾਂ ਇਹ ਕਿਹੜੀ ਬੇਰੁਜ਼ਗਾਰੀ ਹੈ? ਇੱਛਕ ਬੇਰੁਜ਼ਗਾਰੀ, ਠੀਕ ਹੈ। ਇੱਛਕ ਬੇਰੁਜ਼ਗਾਰੀ ਵਿੱਚ ਆ ਕੰਮ ਹੈਗਾ ਆ ਪਰ ਸਾਨੂੰ ਉਹ ਰੇਟ ਨਹੀਂ ਮਨਜ਼ੂਰ ਜੋ ਸਾਨੂੰ ਮਜ਼ਦੂਰੀ ਮਿਲ ਰਹੀ ਹੈ, ਜਾਂ ਸਾਡੀ ਇੱਛਾ ਦੇ ਵਿਰੁੱਧ ਹੈ ਉਹ ਕੰਮ, ਜਾਂ ਸਾਡੀ ਇੱਛਾ ਹੀ ਨਹੀਂ ਹੈ ਉਹ ਕੰਮ ਕਰਨ ਦੀ, ਤਾਂ ਅਸੀਂ ਆਪ ਬੇਰੁਜ਼ਗਾਰ ਹੋਏ ਆ। ਇਹ ਹੈ ਇੱਛਕ ਬੇਰੁਜ਼ਗਾਰੀ, ਠੀਕ ਹੈ। ਅੱਗੇ ਦੇਖੋ, ਕੱਚੇ ਮਾਲ ਦੀ ਘਾਟ, ਮਜ਼ਦੂਰਾਂ ਦੀ ਗਤੀਹੀਨਤਾ, ਮਤਲਬ ਫੈਕਟਰੀ ਦੇ ਵਿੱਚ ਕੱਚਾ ਮਾਲ ਹੈ ਨਹੀਂ, ਮਜ਼ਦੂਰ ਵਿਹਲੇ ਆ, ਮਜ਼ਦੂਰਾਂ ਦੀ ਜਾਂ ਗਤੀਹੀਨਤਾ, ਮਜ਼ਦੂਰ ਢਿੱਲੇ ਨੇ ਤਾਂ ਵੀ ਕੰਮ, ਠੀਕ ਹੈ, ਤਾਂ ਵੀ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਆ? ਵੀ ਇੱਛੁਕ ਬੇਰੁਜ਼ਗਾਰੀ, ਮੌਸਮੀ ਬੇਰੁਜ਼ਗਾਰੀ, ਸੰਘਰਸ਼ਾਤਮਕ ਬੇਰੁਜ਼ਗਾਰੀ, ਤਕਨੀਕੀ ਬੇਰੁਜ਼ਗਾਰੀ। ਕਰੈਕਟ ਆਪਸ਼ਨ ਹੈ ਵੀ ਇਸ ਤਰ੍ਹਾਂ ਦੀ ਬੇਰੁਜ਼ਗਾਰੀ ਨੂੰ ਸੰਘਰਸ਼ਾਤਮਕ ਬੇਰੁਜ਼ਗਾਰੀ ਕਹਿੰਦੇ ਆ।
ਮੌਸਮ ਫੈਸ਼ਨ ਰੁਚੀ ਸੰਬੰਧੀ ਪਰਿਵਰਤਨ ਕਿਸ ਬੇਰੁਜ਼ਗਾਰੀ ਦੇ ਲੱਛਣ ਹਨ? ਕਿਸ ਬੇਰੁਜ਼ਗਾਰੀ ਦੇ ਲੱਛਣ ਹੈ ਵੀ ਇਹ ਕਿਹੜੀ ਬੇਰੁਜ਼ਗਾਰੀ ਆ? ਇਹ ਹੈ ਵੀ ਮੌਸਮੀ ਬੇਰੁਜ਼ਗਾਰੀ, ਠੀਕ ਹੈ। ਜਿਵੇਂ ਕੱਪੜਿਆਂ ਵਾਲੇ ਸਰਦੀਆਂ ਵਾਲੇ ਕਾਰਖਾਨੇ ਹੁਣ ਗਰਮੀਆਂ 'ਚ ਬੰਦ ਹੋਣਗੇ, ਉਹ ਫਿਰ ਮਜ਼ਦੂਰ ਵਿਹਲੇ ਹੋਣਗੇ, ਠੀਕ ਹੈ। ਤਾਂ ਫੈਸ਼ਨ ਦੇ ਹਿਸਾਬ ਨਾਲ, ਠੀਕ ਹੈ, ਕੋਈ ਫੈਸ਼ਨ 'ਚ ਤੁਰ ਪਿਆ ਫਿਰ ਉਹਦੇ ਕਾਰਖਾਨੇ ਖੁੱਲ੍ਹਣੇ ਲੱਗ ਪੈਣੇ ਆ। ਤਾਂ ਇਸ ਤਰ੍ਹਾਂ ਰੁਚੀ ਦੇ 'ਤੇ ਵੀ ਡਿਪੈਂਡ ਕਰਦਾ ਆ, ਠੀਕ ਹੈ, ਜਿਸ ਤਰ੍ਹਾਂ ਦੀ ਰੁਚੀ ਰੁਝਾਨ ਚੱਲਦਾ ਹੋਵੇ। ਮਜ਼ਦੂਰਾਂ ਨੂੰ ਨਵੀਆਂ ਮਸ਼ੀਨਾਂ ਨਾ ਚਲਾਉਣਾ ਆਉਣਾ, ਇੱਥੇ ਲਿਖੋ ਨਾ ਚਲਾਉਣਾ ਆਉਣਾ, ਕਿ ਨਾਲ ਪੈਦਾ ਹੋਈ ਬੇਰੁਜ਼ਗਾਰੀ ਨੂੰ ਕੀ ਕਹਿੰਦੇ ਹਨ? ਇਹ ਕਿਸ ਬੇਰੁਜ਼ਗਾਰੀ ਦਾ ਲੱਛਣ ਹੈ ਵੀ ਮਜ਼ਦੂਰਾਂ ਨੂੰ ਨਵੀਆਂ ਮਸ਼ੀਨਾਂ ਨਾ ਚਲਾਉਣਾ ਆਉਣਾ ਤੇ ਉਹਨਾਂ ਨੂੰ ਫਿਰ ਕੱਢ ਦਿੱਤਾ ਜਾਂਦਾ ਕੰਮ 'ਚੋਂ? ਤਾਂ ਇਹ ਹੈ ਵੀ ਤਕਨੀਕੀ ਬੇਰੁਜ਼ਗਾਰੀ, ਕਿਉਂਕਿ ਤਕਨੀਕ ਦੀ ਵਜ੍ਹਾ ਕਰਕੇ 20 ਸਾਲ ਪੁਰਾਣੇ ਮਜ਼ਦੂਰ ਲੱਗੇ ਆ, ਉਹਨਾਂ ਨੂੰ ਹੁਣ ਕੱਢ ਦਿੱਤਾ ਗਿਆ, ਨਵੀਆਂ ਮਸ਼ੀਨਾਂ ਆ ਗਈਆਂ। ਤਾਂ ਪਰ ਜਿਹੜਾ ਐਂਟਰਪ੍ਰੈਨਿਓਰ ਹੈ ਉਹਨੇ ਟ੍ਰੇਨਿੰਗ ਨਹੀਂ ਦਿੱਤੀ ਉਹਨਾਂ ਨੂੰ, ਕਿਉਂਕਿ ਉਹ ਨਹੀਂ ਚਾਹੁੰਦਾ ਕਿ ਮੈਂ ਟ੍ਰੇਨਿੰਗ 'ਤੇ ਪੈਸਾ ਇਨਵੈਸਟ ਕਰਾਂ। ਤਾਂ ਇਸ ਕਰਕੇ ਕੀ ਹੈ, ਇਹ ਜਿਹੜੇ ਬੇਰੁਜ਼ਗਾਰ ਹੈ ਟੈਕਨੀਕ ਕਰਕੇ, ਇਹ ਜਿਹੜੀ ਬੇਰੁਜ਼ਗਾਰੀ ਟੈਕਨੀਕ ਕਰਕੇ ਹੋਈ ਆ, ਮਜ਼ਦੂਰ ਟੈਕਨੀਕ ਕਰਕੇ ਵਿਹਲੇ ਬੈਠੇ ਆ, ਇਹਨੂੰ ਕਹਿੰਦੇ ਟੈਕਨੀਕਲ ਬੇਰੁਜ਼ਗਾਰੀ। ਕੀਮਤ ਵਿੱਚ ਹੋਣ ਵਾਲੇ ਲਗਾਤਾਰ ਵਾਧੇ ਨੂੰ ਕੀ ਕਹਿੰਦੇ ਆ? ਇਨਫਲੇਸ਼ਨ ਕਹਿੰਦੇ ਆ। ਕੀ ਕਹਿੰਦੇ ਆ? ਇਨਫਲੇਸ਼ਨ। ਮੁਦਰਾ ਸਫੀਤੀ, ਮੈਂ ਜਾਣ ਬੁੱਝ ਕੇ ਇਨਫਲੇਸ਼ਨ ਲਿਖਿਆ ਕਿਉਂਕਿ ਪੇਪਰ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ, ਸਾਇੰਸ 'ਚ ਵੀ ਆਪਾਂ ਇਸ ਤਰ੍ਹਾਂ ਹੀ ਕਰਨਾ ਆ, ਠੀਕ ਹੈ। ਦੇਖੋ ਮੁਦਰਾ ਸਫੀਤੀ, ਤਾਂ ਮੁਦਰਾ ਸਫੀਤੀ ਪੰਜਾਬੀ 'ਚ ਮੁਦਰਾ ਸਫੀਤੀ, ਇਨਫਲੇਸ਼ਨ ਆ ਗਿਆ ਤਾਂ ਘਬਰਾ ਨਹੀਂ ਜਾਣਾ, ਠੀਕ ਹੈ। ਮੁਦਰਾ ਸਫੀਤੀ ਇੱਕੋ ਹੀ ਗੱਲ ਆ। ਹੁਣ ਇਹਨੂੰ ਗਲਤ ਨਹੀਂ ਕਰਨਾ, ਸਧਾਰਨ ਤੌਰ 'ਤੇ ਸਾਰੇ ਇਸ ਤਰ੍ਹਾਂ ਹੀ ਕਰ ਲੈਂਦੇ ਇਹਨੂੰ ਯਾਦ, ਕੀਮਤ ਵਿੱਚ ਹੋਣ ਵਾਲਾ ਵਾਧਾ। ਨਹੀਂ, ਇਹ ਗਲਤ ਹੈ ਸਟੇਟਮੈਂਟ। ਕੀਮਤ ਵਿੱਚ ਹੋਣ ਵਾਲਾ ਵਾਧਾ ਤਾਂ ਹੈ, ਪਰ ਕਿਸ ਤਰ੍ਹਾਂ ਦਾ? ਲਗਾਤਾਰ ਵਾਧਾ, ਲਗਾਤਾਰ ਕੰਟੀਨਿਊ ਵਾਧਾ ਹੋਵੇ, ਠੀਕ ਹੈ, ਤੇ ਬਹੁਤ ਜ਼ਿਆਦਾ ਵਾਧਾ ਹੋਵੇ, ਉਹਨੂੰ ਕਹਿੰਦੇ ਆ ਇਨਫਲੇਸ਼ਨ, ਠੀਕ ਹੈ। ਆਮਦਨ ਤੇ ਸਰਕਾਰ ਦੀ ਆਮਦਨ ਤੇ ਖਰਚ ਦਾ ਬਿਊਰਾ, ਹਾਂ ਕੀ ਆ ਵੀ ਇਹ ਲੇਖਾ ਜੋਖਾ ਸਾਰਾ, ਇਹ ਹੈ ਸਰਕਾਰੀ ਬਜਟ, ਗਵਰਨਮੈਂਟ ਬਜਟ। ਚਲੋ ਵੀ ਬਜਟ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ ਵੀ? 3 ਪ੍ਰਕਾਰ ਦਾ। ਕਿੰਨੇ ਪ੍ਰਕਾਰ ਦਾ? 3 ਦਾ। ਕਿਹੜਾ ਕਿਹੜਾ? ਇੱਕ ਹੋ ਗਿਆ ਆਪਣਾ, ਚਲੋ ਆਪਾਂ ਇਹਦਾ ਅੱਗੇ ਡਿਸਕਸ ਕਰਦੇ ਹਾਂ, ਠੀਕ ਹੈ। ਇੱਕ ਤਾਂ ਹੋ ਗਿਆ ਸੰਤੁਲਿਤ ਬਜਟ, ਇੱਕ ਹੋ ਗਿਆ ਬਚਤ ਦਾ ਬਜਟ, ਇੱਕ ਹੋ ਗਿਆ ਘਾਟੇ ਦਾ ਬਜਟ, ਠੀਕ ਹੈ। 3 ਹੋ ਗਏ। ਉਹ ਬਜਟ ਜਦ ਸਰਕਾਰ ਦੀ ਆਮਦਨ ਖਰਚ ਬਰਾਬਰ ਹੋਣ, ਇਹ ਕਿਹੜਾ ਬਜਟ ਆ ਵੀ? ਇਹ ਹੈਗਾ ਬੈਲੈਂਸਡ ਬਜਟ, ਠੀਕ ਹੈ। ਮਤਲਬ ਸੰਤੁਲਿਤ ਬਜਟ, ਜਦੋਂ ਸਰਕਾਰ ਦਾ ਇਨਕਮ ਔਰ ਐਕਸਪੈਂਡੀਚਰ ਦੋਨੋਂ ਇਕੁਅਲ ਹੋਣ। ਇਸ ਤਰ੍ਹਾਂ ਹੋਇਆ ਨਹੀਂ ਕਦੀ। ਚਲੋ, ਉਹ ਬਜਟ ਜਦ ਸਰਕਾਰ ਦਾ ਖਰਚ ਉਸਦੀ ਆਮਦਨ ਤੋਂ ਜ਼ਿਆਦਾ ਹੋਏ, ਹਾਂ ਜਦੋਂ ਸਰਕਾਰ ਦਾ ਐਕਸਪੈਂਡੀਚਰ ਉਸਦੀ ਆਮਦਨ ਤੋਂ ਜ਼ਿਆਦਾ ਆ ਤਾਂ ਫਿਰ ਇਹ ਹੈ, ਇਹ ਕਿਸ ਤਰ੍ਹਾਂ ਦਾ ਬਜਟ ਹੈ ਵੀ? ਇਹ ਹੈ ਵੀ ਘਾਟੇ ਦਾ ਬਜਟ ਆ। ਘਾਟਾ ਪੈ ਰਿਹਾ, ਸਰਕਾਰ ਦੇ ਖਰਚ ਜ਼ਿਆਦਾ ਨੇ ਲੇਕਿਨ ਇਨਕਮ ਉਨੀ ਹੈ ਨਹੀਂ ਆ, ਠੀਕ ਹੈ। ਉਹ ਬਜਟ ਜਦ ਸਰਕਾਰ ਦੇ ਖਰਚ ਉਸਦੀ ਆਮਦਨ ਤੋਂ ਘੱਟ ਹੋਏ, ਕਰੈਕਟ ਆਪਸ਼ਨ ਹੈ ਵੀ ਸਰਪਲਸ ਦਾ ਬਜਟ, ਬਚਤ ਦਾ ਬਜਟ ਹੁੰਦਾ। ਸਰਕਾਰ ਦੇ ਖਰਚ ਉਸਦੀ ਆਮਦਨ ਤੋਂ ਘੱਟ ਆ, ਆਮਦਨ ਜ਼ਿਆਦਾ ਹੋ ਰਹੀ, ਖਰਚ ਘੱਟ ਆ, ਠੀਕ ਹੈ। ਇਸ ਤਰ੍ਹਾਂ ਹੋਇਆ ਨਹੀਂ ਕਦੀ। ਆ ਘਾਟੇ ਦੇ, ਜਿਹੜਾ ਘਾਟੇ ਦਾ ਬਜਟ ਹੈ ਨਾ, ਅੰਡਰ ਡਿਵੈਲਪ ਕੰਟਰੀ 'ਚ ਜਿਵੇਂ ਇੰਡੀਆ ਦੇ ਵਿੱਚ ਘਾਟੇ ਦਾ ਬਜਟ ਹੀ ਚੱਲਦਾ ਹੈ। ਸਰਕਾਰ ਦੇ ਖਰਚ ਦੀਆਂ ਮੱਦਾਂ ਵਿੱਚ ਜੋ ਸ਼ਾਮਲ ਨਹੀਂ ਆ, ਸਰਕਾਰ ਖਰਚ ਕਿਹਦੇ ਤੇ ਨਹੀਂ ਕਰਦੀ, ਇਹਨਾਂ ਵਿੱਚੋਂ ਦੱਸੋ? ਪ੍ਰਸ਼ਾਸਨ, ਸਿਹਤ, ਆਮਦਨ ਕਰ, ਸਿੱਖਿਆ। ਕਰੈਕਟ ਆਪਸ਼ਨ ਵੀ ਆਮਦਨ ਕਰ ਜਿਹੜਾ ਹੈ, ਇਹ ਮੱਦ ਜਿਹੜੀ ਹੈ ਸਰਕਾਰ ਦੇ ਖਰਚਾਂ ਵਿੱਚ ਨਹੀਂ ਹੈ, ਇੱਥੋਂ ਤਾਂ ਸਮਾਂ ਤੇ ਇਨਕਮ ਮਿਲਦੀ ਹੈ। ਸਰਕਾਰ ਦੀਆਂ ਆਮਦਨ ਮੱਦਾਂ ਵਿੱਚ ਸ਼ਾਮਿਲ ਨਹੀਂ ਹੈ, ਕਿਹੜੀ ਮੱਦ ਵਿੱਚੋਂ ਸ਼ਾਮਿਲ ਨਹੀਂ ਹੈ ਸਰਕਾਰ ਦੀ ਆਮਦਨ ਜਿੱਥੋਂ ਜਨਰੇਟ ਹੁੰਦੀ ਆ? ਕਰੈਕਟ ਆਪਸ਼ਨ ਹੈ ਵੀ ਆਪਣਾ ਪ੍ਰਸ਼ਾਸਨ ਤੇ ਸਗੋਂ ਉਸ ਨੂੰ ਐਕਸਪੈਂਡੀਚਰ ਕਰਨਾ ਪੈਂਦਾ ਆ। ਅਗਲਾ ਹੈ ਕਿਹੜੇ ਨੇ? ਉਪਹਾਰ ਕਰ, ਆਮਦਨ ਕਰ, ਵਿਆਜ, ਠੀਕ ਹੈ, ਲੋਕਾਂ ਨੂੰ ਕਰਜ਼ੇ ਦਿੱਤੇ ਹੁੰਦੇ ਆ ਬੈਂਕਾਂ ਰਾਹੀਂ ਸਾਰਾ ਕੁਝ, ਠੀਕ ਹੈ ਨਾ। ਇਸ ਚਲੋ, ਉਹ ਵਿਧੀ ਜਿਸ ਰਾਹੀਂ ਸਰਕਾਰ ਆਪਣੇ ਘਾਟੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈ ਕੇ ਪੂਰਾ ਕਰਦੀ ਆ। ਇਹ ਕਿਹੜੀ ਵਿਧੀ ਹੈ? ਘਾਟੇ ਦੀ ਵਿੱਤ ਵਿਵਸਥਾ। ਜਦੋਂ ਸਰਕਾਰ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਨਾ, ਸਰਕਾਰ ਦੇ ਖਰਚ ਜ਼ਿਆਦਾ ਹੋ ਜਾਂਦੇ ਆ ਤਾਂ ਆਮਦਨ ਘੱਟ ਹੁੰਦੀ ਆ, ਤਾਂ ਸਰਕਾਰ ਫਿਰ ਕੀ ਕਰਦੀ ਹੈ? ਕੇਂਦਰੀ ਬੈਂਕ ਤੋਂ ਜਿਹੜੀ ਕਰਜ਼ਾ ਲੈਂਦੀ ਹੈ ਉਹਨੂੰ ਕਹਿੰਦੇ ਆ ਘਾਟੇ ਦੀ ਵਿੱਤ ਵਿਵਸਥਾ, ਠੀਕ ਹੈ। ਚਲੋ, ਆਹ ਜਿਹੜਾ ਸਵਾਲ ਆ ਜਾਣਕਾਰੀ ਵਾਸਤੇ ਆ, ਮਤਲਬ ਜਾਣਕਾਰੀ ਵਾਸਤੇ ਨਹੀਂ, ਇੰਪੋਰਟੈਂਟ ਆ। ਮੇਰਾ ਕਹਿਣ ਦਾ ਭਾਵ ਜਦੋਂ ਮੈਂ ਇਸ ਤਰ੍ਹਾਂ ਦਾ ਸਵਾਲ ਪਾਉਣੀ ਹੈ ਨਾ ਵੱਡਾ ਜਿਹਾ, ਤੇ ਇਹਦਾ ਮਤਲਬ ਇਹ ਸਾਰਾ ਕੁਝ ਯਾਦ ਕਰਾਉਣ ਦਾ ਮਕਸਦ ਹੁੰਦਾ। ਘਾਟੇ ਦੀ ਵਿੱਤ ਵਿਵਸਥਾ ਦੇ ਲੱਛਣ ਸਰਕਾਰ ਵੱਲੋਂ, ਹਾਂ ਕਿਦੋਂ ਪਤਾ ਲੱਗਦਾ ਕਿ ਘਾਟੇ ਦੀ ਵਿੱਤ ਵਿਵਸਥਾ ਚੱਲ ਰਹੀ ਆ? ਦੇਖੋ ਕੀ ਸਰਕਾਰ ਵੱਲੋਂ ਆਪਣੇ ਖਰਚੇ ਨੂੰ ਪੂਰਾ ਕਰਨ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਣਾ, ਬਿਲਕੁਲ ਠੀਕ ਹੈ। ਸਰਕਾਰੀ ਖਜ਼ਾਨੇ ਵਿੱਚ ਪਈ ਹੋਈ ਨਗਦੀ ਜਮ੍ਹਾਂ ਕਢਵਾ ਕੇ ਘਾਟੇ ਨੂੰ ਪੂਰਾ ਕਰਨਾ, ਇਹ ਵੀ ਠੀਕ ਹੈ। ਸਰਕਾਰ ਦੁਆਰਾ ਰਿਜ਼ਰਵ ਬੈਂਕ ਰਾਹੀਂ ਜਾਰੀ ਕੀਤੀ ਮੁਦਰਾ ਤੋਂ ਬਿਨਾਂ ਹੋਰ ਨਵੀਂ ਮੁਦਰਾ ਜਾਰੀ ਕਰਨਾ, ਕਰੈਕਟ ਆਪ ਇਹ ਕੀ ਆ? ਉਪਰੋਕਤ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ ਘਾਟੇ ਦੀ ਵਿੱਤ ਵਿਵਸਥਾ ਦੀਆਂ ਵਿਧੀਆਂ ਨੇ, ਲੱਛਣ ਨੇ। ਇੱਥੋਂ ਪਤਾ ਲੱਗਦਾ ਕਿ ਘਾਟੇ ਦੀ ਵਿੱਤ ਵਿਵਸਥਾ ਹੈ ਔਰ ਸਰਕਾਰ ਆਪਣਾ ਖਰਚ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪੈ ਰਹੇ ਘਾਟੇ ਨੂੰ। ਕਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਵੀ? 2 ਤਰ੍ਹਾਂ ਦੇ, ਹਾਂ ਸਾਰੇ ਹੀ ਜਾਣਦੇ ਨੇ। ਕਰ ਕਿੰਨੀ ਤਰ੍ਹਾਂ ਦੇ ਨੇ? 2 ਤਰ੍ਹਾਂ ਦੇ, ਡਾਇਰੈਕਟ ਔਰ ਇਨਡਾਇਰੈਕਟ, ਠੀਕ ਹੈ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੋਈ ਕਮੀ ਪੇਸ਼ੀ ਹੁੰਦੀ ਮੈਨੂੰ ਦੱਸ ਦਿਆ ਕਰੋ। ਤਾਂ ਬਾਕੀ ਮੈਨੂੰ ਪੂਰੀ ਉਮੀਦ ਹੈ, ਪਲੀਜ਼ ਆਪਣੇ ਨਾਲ ਕਿਤਾਬਾਂ ਵੀ ਪੜ੍ਹਦੇ ਰਹਿਣਾ। ਤੇ ਧੰਨਵਾਦ ਜੀ। ਅੱਜ ਥੋੜੀ ਆਵਾਜ਼ ਦੀ ਪ੍ਰੋਬਲਮ ਹੋਵੇਗੀ, ਮਾਫ ਕਰਨਾ ਜੀ। ਧੰਨਵਾਦ, ਰੱਬ ਰੱਖ।